हाँ जी, नैक्सट टॉपिक है अपना ਈਵੈਂਟ ਐਂਡ ਈਵੈਂਟ ਹੈਂਡਲਿੰਗ। ਆਪਾਂ ਜਿਵੇਂ ਪਿੱਛੇ ਕੀਤਾ ਹੈਗਾ ਸਾਰਾ ਪ੍ਰੋਮਪਟ ਕੀਤਾ, ਅਲਰਟ ਕੀਤਾ, ਉਹਦੇ ਵਿੱਚ ਤੁਸੀਂ ਆਪਾਂ ਕਰਦੇ ਸੀ ਔਨ ਕਲਿੱਕ। ਤਾਂ ਉੱਥੇ ਮੈਂ ਇਸ ਲਈ ਨਹੀਂ ਦੱਸਿਆ ਕਿਉਂਕਿ ਆਪਾਂ ਈਵੈਂਟ ਹੈਂਡਲਿੰਗ ਅਤੇ ਈਵੈਂਟ ਜਿਹੜਾ ਪਰਫੋਰਮ ਹੁੰਦੇ ਆ ਉਹ ਹੁਣ ਕਰ ਰਹੇ ਹਾਂ। ਉਹ ਟੋਪਿਕ ਈਵੈਂਟ ਹੁੰਦਾ ਜਦੋਂ ਆਪਾਂ ਮੰਨ ਲਓ ਕਲਿੱਕ ਕਰਦੇ ਹਾਂ ਕਿਸੇ, ਮੰਨ ਲਓ ਆਪਣੇ ਕੋਲ ਬਟਨ ਦਿੱਤਾ ਤਾਂ ਆਪਾਂ ਕੀ ਈਵੈਂਟ ਪਰਫੋਰਮ ਕਰਨਾ। ਆਪਾਂ ਬਟਨ ਦਿੱਤਾ ਤਾਂ ਆਪਾਂ ਉਹਦੇ ਉੱਪਰ ਕਲਿੱਕ ਕਰਨਾ, ਬਟਨ ਦਿੱਤਾ ਤਾਂ ਉਹਦੇ ਉੱਪਰ ਡਬਲ ਕਲਿੱਕ ਕਰਨਾ। ਜਿਹੜੀਆਂ ਇਹ ਚੀਜ਼ਾਂ ਕਲਿੱਕਿੰਗ ਹੈ, ਡਬਲ ਕਲਿੱਕਿੰਗ ਹੈ, ਕਿਸੇ ਟੈਕਸਟ ਬਾਕਸ ਦੇ ਵਿੱਚ ਆਪਾਂ ਮਾਊਸ ਐਂਟਰ ਕਰਵਾਉਣਾ, ਕਿਸੇ ਟੈਕਸਟ ਬਾਕਸ ਦੇ ਵਿੱਚੋਂ ਮਾਊਸ ਬਾਹਰ ਕੱਢਿਆ, ਕਿਸੇ ਆਪਾਂ ਕੋਈ ਐਰਰ ਆਈ ਆਪਾਂ ਨੂੰ, ਇਹ ਸਾਰੇ ਕੀ ਹੈ ਈਵੈਂਟ ਹੈ। ਅਤੇ ਈਵੈਂਟ ਹੈਂਡਲਿੰਗ ਕੀ ਹੈ ਕਿ ਜਦੋਂ ਆਪਾਂ ਮੰਨ ਲਓ ਆਪਾਂ ਮਾਊਸ ਆਪਣੇ ਇੱਕ ਬਟਨ ਦਿੱਤਾ, ਬਟਨ ਦੇ ਉੱਤੇ ਆਪਾਂ ਕਲਿੱਕ ਕੀਤਾ, ਕਲਿੱਕ ਕਰਨਾ ਕੀ ਹੈ ਈਵੈਂਟ ਹੈ। ਕਲਿੱਕ ਕਰਨ ਤੋਂ ਬਾਅਦ ਕੀ ਹੋਏਗਾ, ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲ ਕੋਈ ਪੇਜ ਸ਼ੋ ਹੋਏਗਾ, ਕਲਿੱਕ ਕਰਨ ਤੋਂ ਬਾਅਦ ਕੋਈ ਆਪਾਂ ਵੈਬਸਾਈਟ ਤੋਂ ਬਾਹਰ ਆ ਜਾਂਗੇ। ਇਹ ਸਾਰੇ ਕੀ ਹੈ ਈਵੈਂਟ ਹੈਂਡਲਿੰਗ ਹੈ ਕਿ ਈਵੈਂਟ ਹੈਂਡਲ ਹੁੰਦੇ ਹੈ। ਈਵੈਂਟ ਜਿਵੇਂ ਕੋਈ ਵੀ ਕੀ ਪ੍ਰੈਸ ਕਰਨੀ ਹੋ ਗਈ, ਵਿੰਡੋ ਨੂੰ ਕਲੋਜ਼ ਕਰਨਾ ਹੋ ਗਿਆ, ਵਿੰਡੋ ਨੂੰ ਸਬਮਿਟ ਕਰਨਾ ਹੋ ਗਿਆ, ਇਹ ਸਾਰੇ ਈਵੈਂਟ ਹੈ। ਅੱਗੇ ਜਿਵੇਂ ਮੰਨ ਲਓ ਕੀ ਪ੍ਰੈਸ ਕਰਨ ਤੋਂ ਬਾਅਦ ਉੱਥੇ ਆਪਣਾ ਅੱਖਰ ਜਿਹੜਾ ਪ੍ਰਿੰਟ ਹੋ ਕੇ ਆਪਾਂ ਨੂੰ ਸ਼ੋ ਹੁੰਦਾ, ਉਹ ਈਵੈਂਟ ਹੈਂਡਲ ਹੈ। ਕੋਈ ਵੀ ਐਕਸ਼ਨ ਪਰਫੋਰਮ ਕਰਨਾ, ਕਲਿੱਕ ਕਰਨਾ, ਬਟਨ ਪ੍ਰੈਸ ਕਰਨਾ, ਵਿੰਡੋ ਕਲੋਜ਼ ਕਰਨਾ, ਈਵੈਂਟ ਹੈ। ਈਵੈਂਟ ਪਰਫੋਰਮ ਹੋਣ ਤੋਂ ਬਾਅਦ ਦੀ ਜਿਹੜੀ ਪ੍ਰੋਸੈਸਿੰਗ ਹੈ ਕਿ ਈਵੈਂਟ ਪਰਫੋਰਮ ਹੋਣ ਤੋਂ ਬਾਅਦ ਕੀ ਹੁੰਦਾ, ਉਹ ਚੀਜ਼ ਹੈ ਜਿਹੜੀ ਈਵੈਂਟ ਹੈਂਡਲਿੰਗ ਹੈ। ਇਹਨਾਂ ਨੇ ਇੱਥੇ ਦਿੱਤਾ ਇਨਪੁਟ ਟਾਈਪ ਲਿਆ, ਇੱਕ ਬਟਨ ਲਿਆ, ਬਟਨ ਦੀ ਵੈਲਿਊ ਦੇ ਉੱਪਰ ਲਿਖਿਆ ਕਲਿੱਕ ਮੀ, ਬਟਨ ਮਤਲਬ ਬਟਨ 'ਤੇ ਆਪਾਂ ਨੂੰ ਕੀ ਸ਼ੋ ਹੋਊਗਾ, ਕਲਿੱਕ ਮੀ ਸ਼ੋ ਹੋਊਗਾ। ਈਵੈਂਟ ਲਾਇਆ ਔਨ ਕਲਿੱਕ ਕਿ ਜਦੋਂ ਕੋਈ ਕਲਿੱਕ ਕਰੂਗਾ ਕੀ ਹੋਵੇ, ਅਲਰਟ ਹੋਵੇ ਯੂ ਕਲਿੱਕਡ ਮੀ, ਇੱਕ ਆਪਾਂ ਨੂੰ ਬਾਕਸ ਸ਼ੋ ਹੋਵੇ। ਜਦੋਂ ਆਪਾਂ ਬਟਨ 'ਤੇ ਕਲਿੱਕ ਕੀਤਾ ਇੱਕ ਬਾਕਸ ਸ਼ੋ ਹੋਊਗਾ, ਉਹਦੇ ਉੱਤੇ ਲਿਖਿਆ ਹੋਊਗਾ ਯੂ ਕਲਿੱਕਡ ਮੀ। ਕਾਫੀ ਸਾਰੇ ਈਵੈਂਟ ਨੇ ਔਨ ਕਲਿੱਕ ਐਂਡ ਔਨ ਡਬਲ ਕਲਿੱਕ। ਜੇਕਰ ਇੱਕ ਕਲਿੱਕ ਕਰਦੇ ਹਾਂ ਤਾਂ, ਜੇਕਰ ਡਬਲ ਕਲਿੱਕ ਕਰਦੇ ਹਾਂ ਤਾਂ। ਇਹਨਾਂ ਨੇ ਇੱਕ ਫੰਕਸ਼ਨ ਲਿਆ ਸੇ ਹੈਲੋ, ਅਲਰਟ ਕਰਵਾਇਆ ਹੈਲੋ ਟੂ ਐਵਰੀਵਨ। ਫੰਕਸ਼ਨ ਲਿਆ ਸੇ ਬਾਏ, ਅਲਰਟ ਕਰਵਾਇਆ ਗੁੱਡ ਬਾਏ ਟੂ ਐਵਰੀਵਨ। ਜੇਕਰ ਆਪਾਂ ਦੋ ਬਟਨ ਲਏ ਆ, ਦੋ ਇਨਪੁਟ ਟਾਈਪ ਲਈ ਹੈ, ਦੋਨੋਂ ਬਟਨ ਲਏ ਨੇ, ਇੱਕ ਦੇ ਵਿੱਚ ਔਨ ਕਲਿੱਕ ਲਾਇਆ, ਇੱਕ ਦੇ ਵਿੱਚ ਸੋਰੀ ਔਨ ਡਬਲ ਕਲਿੱਕ ਲਾਇਆ। ਦੋਨੋਂ ਆਪਾਂ ਈਵੈਂਟ ਪਰਫੋਰਮ ਕਰਕੇ ਦੇਖਦੇ ਹਾਂ। ਸੇ ਈਵੈਂਟ ਔਨ ਕਲਿੱਕ ਦੇ ਵਿੱਚ ਸੇ ਹੈਲੋ ਨੂੰ ਆਪਾਂ ਕਾਲ ਕੀਤਾ, ਔਨ ਡਬਲ ਕਲਿੱਕ ਦੇ ਵਿੱਚ ਸੇ ਬਾਏ ਨੂੰ ਕਾਲ ਕੀਤਾ। ਤਾਂ ਉਹਨਾਂ ਦੀ ਵੈਲਿਊ ਹੈਲੋ ਵਾਲੇ ਦੇ ਪਹਿਲਾਂ ਜਿਹੜਾ ਸਿੰਗਲ ਕਲਿੱਕ ਆ ਉਹਦੇ ਉੱਪਰ ਆਪਾਂ ਹੈਲੋ ਸ਼ੋ ਕਰਵਾਇਆ, ਉਹਦੀ ਵੈਲਿਊ ਹੈਲੋ ਲਈ ਹੈ, ਦੂਜੇ ਦੇ ਵਿੱਚ ਉੱਪਰ ਬਾਏ ਸ਼ੋ ਕਰਵਾਇਆ। ਜੇਕਰ ਆਪਾਂ ਹੈਲੋ ਦੇ ਉੱਪਰ ਸ਼ੋ ਕਰਾਂਗੇ ਤਾਂ ਸੇ ਹੈਲੋ ਫੰਕਸ਼ਨ ਕਾਲ ਹੋਊ ਤਾਂ ਉੱਥੇ ਸ਼ੋ ਹੋਊਗਾ ਹੈਲੋ ਟੂ ਐਵਰੀਵਨ। ਜੇਕਰ ਬਾਏ ਵਾਲੇ 'ਤੇ ਕਲਿੱਕ ਕਰਾਂਗੇ ਤਾਂ ਉੱਥੇ ਸ਼ੋ ਹੋਊਗਾ ਗੁੱਡ ਬਾਏ ਟੂ ਐਵਰੀਵਨ। ਇਸ ਤਰੀਕੇ। ਨੈਕਸਟ ਆਪਣਾ ਆਉਂਦਾ ਗਾ ਜੀ ਔਨ ਫੋਕਸ। ਫੋਕਸ ਈਵੈਂਟ ਅਕਰ ਹੁੰਦਾ ਜਦੋਂ ਆਪਾਂ ਐਲੀਮੈਂਟ ਨੂੰ ਵੈਨ ਸਿਲੈਕਟਡ ਵਾਇਆ ਮਾਊਸ ਕਲਿੱਕ, ਜਦੋਂ ਆਪਾਂ ਕਿ ਮੰਨ ਲਓ ਆਪਾਂ ਨੂੰ ਇੱਕ ਟੈਕਸਟ ਬਾਕਸ ਦਿੱਤਾ ਬਟ ਆਪਾਂ ਸਾਈਡ 'ਤੇ ਟੈਕਸਟ ਬਾਕਸ ਤੋਂ ਬਾਹਰ ਹਜੇ ਆਪਣਾ ਮਾਊਸ ਕਰਸਰ ਘੁੰਮ ਰਿਹਾ, ਆਪਣੇ ਤੋਂ ਵੈਸੇ ਹੀ ਗਲਤੀ ਨਾਲ ਕਲਿੱਕ ਹੋ ਗਿਆ ਤਾਂ ਆਪਾਂ ਨੂੰ ਇੱਕ ਅਲਰਟ ਬਾਕਸ ਸ਼ੋ ਹੋਊਗਾ। ਇਹਦੇ ਵਿੱਚ ਕੀ ਕਰਨਾ, ਇਹਨਾਂ ਨੇ ਇੱਕ ਫੰਕਸ਼ਨ ਬਣਾਇਆ ਫਨ ਫੋਕਸ ਅਲਰਟ ਕਲਿੱਕਡ ਇਨ ਦਾ ਇਨਪੁਟ। ਤਾਂ ਉਹਨਾਂ ਨੇ ਨੀਚੇ ਲਿਖਿਆ ਗਾ ਇੱਕ ਲੇਬਲ ਲਿਆ ਐਂਟਰ ਯੂਅਰ ਨੇਮ, ਉਹਦੇ ਵਿੱਚ ਇਨਪੁਟ ਲਿਆ, ਇਨਪੁਟ ਮਤਲਬ ਟੈਕਸਟ ਬਾਕਸ ਸ਼ੋ ਹੋਊਗਾ। ਉਹ 'ਤੇ ਕੀਤਾ ਔਨ ਫੋਕਸ, ਜੇਕਰ ਵੀ ਆਪਾਂ ਉਹਦੇ ਟੈਕਸਟ ਬਾਕਸ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਆਪਣਾ ਜਿਹੜਾ ਫੰਕਸ਼ਨ ਕਾਲ ਹੋਵੇ। ਤਾਂ ਆਹ ਵਾਲਾ ਜਦੋਂ ਫੰਕਸ਼ਨ ਹੈ, ਜਦੋਂ ਆਪਾਂ ਟੈਕਸਟ ਬਾਕਸ ਦੇ ਉੱਪਰ ਸ਼ੋ ਕੀਤਾ ਤਾਂ ਲਿਖਿਆ ਆਊਗਾ ਕਲਿੱਕਡ ਇਨ ਦਾ ਇਨਪੁਟ ਕਿ ਇਨਪੁਟ ਦੇ ਵਿੱਚ ਜਿਹੜਾ ਟੈਕਸਟ ਬਾਕਸ ਦੇ ਵਿੱਚ ਕਲਿੱਕ ਕਰੋ ਅਤੇ ਉੱਥੇ ਜਿਹੜਾ ਆਪਣਾ ਡਾਟਾ ਸੈਂਡ ਕਰੋ। ਔਨ ਅਬੋਟ ਨੈਕਸਟ ਈਵੈਂਟ ਹੈ। ਔਨ ਅਬੋਟ ਈਵੈਂਟ ਅਕਰ ਵੈਨ ਲੋਡਿੰਗ ਆਫ ਐਨ ਇਮੇਜ ਇਜ਼ ਅਬੋਟਡ। ਮੰਨ ਲਓ ਆਪਾਂ ਕੋਈ ਇਮੇਜ ਲੋਡ ਕਰਨਾ ਚਾਹੁੰਦੇ ਹਾਂ ਬਟ ਉਹ ਹੋ ਨਹੀਂ ਰਹੀ, ਕੋਈ ਐਰਰ ਆ ਰਹੀ ਹੈ ਤਾਂ ਇਹ ਵਾਲਾ ਈਵੈਂਟ ਪਰਫੋਰਮ ਹੋਊਗਾ। ਸਕ੍ਰਿਪਟ ਆਪਾਂ ਸਟਾਰਟ ਕੀਤੀ, ਫੰਕਸ਼ਨ ਲਿਆ ਅਬੋਟ ਇਮੇਜ, ਅਲਰਟ ਕੀ ਸ਼ੋ ਹੋਊਗਾ ਐਰਰ ਦੇ ਵਿੱਚ ਲਿਖਿਆ ਹੋਊਗਾ ਲੋਡਿੰਗ ਆਫ ਦਾ ਇਮੇਜ ਵਾਜ਼ ਅਬੋਟਡ ਕਿ ਜਿਹੜੀ ਇਮੇਜ ਆ ਰਹੀ ਸੀ ਉਹ ਅਬੋਟ ਕਰ ਦਿੱਤੀ ਗਈ ਆ, ਨਹੀਂ ਆ ਰਹੀ। ਤਾਂ ਆਪਾਂ ਇਮੇਜ ਟੈਗ ਲਿਆ, ਇਮੇਜ ਟੈਗ ਦੇ ਵਿੱਚ ਸੋਰਸ ਕੀ ਹੈ ਇਮੇਜ ਦਾ ਨੇਮ .jpg। ਔਨ ਅਬੋਟ ਇਜ਼ ਇਕੁਅਲ ਟੂ ਅਬੋਟ ਇਮੇਜ, ਇਹ ਵਾਲਾ ਫੰਕਸ਼ਨ ਕਾਲ ਕੀਤਾ। ਤਾਂ ਜਦੋਂ ਤੁਸੀਂ ਇਹ ਵਾਲੇ ਦੀ ਆਪਾਂ ਨੂੰ ਇੱਥੇ ਵੈਸੇ ਕੋਈ ਦਿੱਤਾ ਨਹੀਂ ਹੋਇਆ ਆਪਾਂ ਨੂੰ ਇਹਦਾ ਆਊਟਪੁੱਟ, ਇਹ ਵਾਲਾ ਤੁਸੀਂ ਕਰਕੇ ਦੇਖ ਲਿਓ। ਔਨ ਐਰਰ ਈਵੈਂਟ ਅਕਰ ਵੈਨ ਦੇਅਰ ਇਜ਼ ਐਨ ਐਰਰ ਵਾਈ ਲੋਡਿੰਗ ਐਨ ਐਕਸਟਰਨਲ ਫਾਈਲ। ਜਦੋਂ ਮੰਨ ਲਓ ਆਪਾਂ ਕੋਈ ਬਾਹਰੋਂ ਇੱਕ ਫਾਈਲ
ਡਾਕੂਮੈਂਟ ਦੇ ਵਿੱਚ ਕੋਈ ਆਪਣੀ ਫਾਈਲ ਪਈ ਉਹਨੂੰ ਆਪਾਂ ਲੋਡ ਕਰਨਾ ਚਾਹੁੰਦੇ ਹਾਂ ਆਪਣੇ ਵੈਬਸਾਈਟ ਦੇ ਵਿੱਚ, ਬਟ ਹੋ ਨਹੀਂ ਰਹੀ, ਉਸ ਟਾਈਮ 'ਤੇ ਆਪਣੇ ਕੋਈ ਐਰਰ ਆਊਗੀ ਤਾਂ ਉਹਨੂੰ ਕੀ ਹੈ ਔਨ ਐਰਰ ਈਵੈਂਟ ਹੈ ਜਿਹੜਾ ਉਹ ਹੈਂਡਲ ਕਰੇਗਾ। ਫੰਕਸ਼ਨ ਬਣਾਇਆ, ਐਰਰ ਹੈਂਡਲਰ, ਅਲਰਟ ਕਰਵਾਇਆ, ਐਰਰ ਕਢਵਾਈ ਲੋਡਿੰਗ ਆਫ ਐਨ ਇਮੇਜ ਟੈਗ ਲਿਆ, ਉਹਦੇ ਵਿੱਚ ਸੋਰਸ ਹੈ, ਇਮੇਜ ਦਾ ਨੇਮ ਹੈ, ਔਨ ਐਰਰ ਦੇ ਵਿੱਚ ਫੰਕਸ਼ਨ ਨੂੰ ਕਾਲ ਕੀਤਾ। ਤਾਂ ਇੱਥੇ ਹੋ ਸਕਦਾ ਆਪਣੀ ਉਹ ਇਮੇਜ ਹੋਵੇ ਹੀ ਨਾ ਪੀਸੀ ਦੇ ਵਿੱਚ, ਤਾਂ ਕਰਕੇ ਜਿਹੜਾ ਆਪਾਂ ਨੂੰ ਡਾਇਲੋਗ ਬਾਕਸ ਸ਼ੋ ਹੋ ਗਿਆ ਐਰਰ ਅਕਰਡ ਵਾਈਲ ਲੋਡਿੰਗ ਆਫ ਐਨ ਇਮੇਜ। ਨੈਕਸਟ ਹੈ ਔਨ ਲੋਡ ਐਂਡ ਅਪਲੋਡ, ਕਿ ਜਾਂ ਤਾਂ ਆਪਾਂ ਡਾਟਾ ਲੈਣਾ ਫਾਈਲ, ਆਪਾਂ ਕੋਈ ਫਾਈਲ ਹੈ, ਕੋਈ ਆਪਣੀ ਪਿਕ ਹੈ, ਜਾਂ ਤਾਂ ਆਪਾਂ ਸਰਵਰ ਤੋਂ ਲੈਣੀ ਹੈ ਜਾਂ ਆਪਾਂ ਸਰਵਰ 'ਤੇ ਅਪਲੋਡ ਕਰਨੀ ਹੈ, ਉਸ ਟਾਈਮ 'ਤੇ ਜਿਹੜੀ ਕੋਈ ਵੀ ਆਪਣੇ ਈਵੈਂਟ ਪਰਫੋਰਮ ਹੁੰਦਾ, ਜਿਹੜੀ ਕੋਈ ਐਰਰ ਵਗੈਰਾ ਆਉਂਦੀ ਹੈ। ਤਾਂ ਇਹਦੇ ਵਿੱਚ ਕੀ ਕੀਤਾ ਇਹਨਾਂ ਨੇ, ਇੱਕ ਫੰਕਸ਼ਨ ਲਿਆ ਫਨ ਲੋਡ, ਇੱਕ ਫੰਕਸ਼ਨ ਲਿਆ ਫਨ ਅਨਲੋਡ, ਫੰਕਸ਼ਨ ਲੋਡ ਐਂਡ ਅਨਲੋਡ। ਫੰਕਸ਼ਨ ਲੋਡ ਦੇ ਵਿੱਚ ਅਲਰਟ ਕਰਵਾਇਆ ਵੈਲਕਮ ਟੂ ਅਵਰ ਵੈਬਸਾਈਟ, ਰੀਲੋਡ ਦਾ ਵੈਬ ਪੇਜ ਟੂ ਟ੍ਰਿਗਰ ਔਨ ਲੋਡ ਇਵੈਂਟ। ਅਤੇ ਫਨ ਅਨਲੋਡ ਦੇ ਵਿੱਚ ਕੀ ਕਰਵਾਇਆ, ਥੈਂਕਸ ਫॉर ਵਿਜ਼ਿਟਿੰਗ ਟੂ ਅਵਰ ਵੈਬਸਾਈਟ। ਤਾਂ ਬੋਡੀ ਦੇ ਵਿੱਚ ਇੱਕ ਔਨ ਲੋਡ ਫੰਕਸ਼ਨ ਨੂੰ ਕਾਲ ਕੀਤਾ, ਇੱਕ ਔਨ ਅਨਲੋਡ ਫੰਕਸ਼ਨ ਨੂੰ ਕਾਲ ਕੀਤਾ। ਜੇ ਤਾਂ ਆਪਣੀ ਫਾਈਲ ਲੋਡ ਹੋ ਰਹੀ ਹੈ ਤਾਂ ਫਸਟ ਵਾਲਾ ਈਵੈਂਟ ਅਲਰਟ ਹੋਊਗਾ, ਅਦਰਵਾਈਜ਼ ਜਿਹੜਾ ਸੈਕਿੰਡ ਵਾਲਾ ਅਲਰਟ ਹੋਊਗਾ। ਫਸਟ ਵਾਲਾ ਅਲਰਟ ਹੋਇਆ ਜਦੋਂ ਵੈਲਕਮ ਟੂ ਦਾ ਵੈਬਸਾਈਟ ਆਪਾਂ ਆਇਆ ਤਾਂ ਆਪਾਂ ਓਕੇ 'ਤੇ ਕਲਿੱਕ ਕੀਤਾ। ਨੈਕਸਟ ਆਪਾਂ ਨੂੰ ਸੈਕਿੰਡ ਡਾਇਲੋਗ ਬਾਕਸ ਸ਼ੋ ਹੋਊਗਾ। ਮੇਨ ਅੱਗੇ ਆ ਗਿਆ ਆਪਣੇ ਔਨ ਕੀ ਡਾਊਨ ਅਪ ਕੀ ਪ੍ਰੈਸ। ਕੀ ਡਾਊਨ ਇਹ ਈਵੈਂਟ ਕਦੋਂ ਪਰਫੋਰਮ ਹੁੰਦਾ, ਜਦੋਂ ਮੰਨ ਲਓ ਆਪਾਂ ਇੱਕ ਟੈਕਸਟ ਬਾਕਸ ਦੇ ਵਿੱਚ ਸੀ ਤਾਂ ਆਪਾਂ ਨੀਚੇ ਵਾਲੇ ਟੈਕਸਟ ਬਾਕਸ ਦੇ ਵਿੱਚ ਆਏ, ਨੀਚੇ ਨੂੰ ਆਏ ਔਨ ਕੀ ਡਾਊਨ, ਜਦੋਂ ਨੀਚੇ ਵਾਲੀ ਕੀ ਨੱਪੀ ਤਾਂ ਇਹ ਵਾਲਾ ਫੰਕਸ਼ਨ ਈਵੈਂਟ ਪਰਫੋਰਮ ਹੋਊਗਾ। ਔਨ ਕੀ ਪ੍ਰੈਸ, ਕੋਈ ਵੀ ਕੀ ਪ੍ਰੈਸ ਕੀਤੀ ਤਾਂ ਫੰਕਸ਼ਨ ਪਰਫੋਰਮ ਹੋ। ਕੀ ਅਪ, ਜਦੋਂ ਆਪਾਂ ਉੱਪਰਲੇ ਟੈਕਸਟ ਬਾਕਸ ਦੇ ਵਿੱਚੋਂ ਗਏ ਤਾਂ ਇਹ ਵਾਲਾ ਫੰਕਸ਼ਨ ਪਰਫੋਰਮ ਹੋਊਗਾ। ਜਿਵੇਂ ਆ ਕੀ ਡਾਊਨ, ਕੀ ਔਨ ਕੀ ਅਪ, ਔਨ ਕੀ ਪ੍ਰੈਸ, ਆਪਾਂ 3 ਫੰਕਸ਼ਨ ਬਣਾਏ। ਕੀ ਡਾਊਨ ਦੇ ਵਿੱਚ ਲਿਖਿਆ ਆਇਆ ਅਲਰਟ ਕਰਵਾਏ ਕੀ ਪ੍ਰੈਸਡ, ਕੀ ਅਪ ਦੇ ਵਿੱਚ ਕੀ ਰਿਲੀਜ਼ਡ। ਕੀ ਡਾਊਨ ਮਤਲਬ ਜਦੋਂ ਆਪਾਂ ਕੀ ਪ੍ਰੈਸ ਕੀਤੀ ਨਾਲ ਦੀ ਨਾਲ ਇਹ ਫੰਕਸ਼ਨ ਕਲਿੱਕ ਹੋਇਆ। ਜਦੋਂ ਕੀ ਛੱਡੀ ਤਾਂ ਕੀ ਉੱਪਰ ਹੋਈ, ਕੀ ਅਪ ਹੋਈ ਤਾਂ ਇਹ ਫੰਕਸ਼ਨ ਪ੍ਰੈਸ ਹੋਇਆ। ਜਦੋਂ ਕੀ ਪ੍ਰੈਸ ਕੀਤੀ, ਜਦੋਂ ਆਪਾਂ ਪ੍ਰੈਸ ਕਰੀ ਬੈਠੇ ਹਾਂ ਹਜੇ ਆਪਾਂ ਕੀ ਨੂੰ ਮਤਲਬ ਪ੍ਰੈਸ ਕਰਕੇ ਹੀ ਰੱਖਿਆ ਹੋਇਆ ਤਾਂ ਇਹ ਫੰਕਸ਼ਨ ਜਿਹੜਾ ਆਪਣਾ ਹੋਊਗਾ। ਤਾਂ ਜਦੋਂ ਆਪਾਂ ਨੇ 3 ਇਨਪੁੱਟ ਟਾਈਪ ਦੇ ਬਾਕਸ ਬਣਾਏ, ਪਹਿਲੇ ਦੇ ਵਿੱਚ ਔਨ ਕੀ ਡਾਊਨ ਨੂੰ ਕਾਲ ਕੀਤਾ, ਔਨ ਕੀ ਅਪ। ਪਹਿਲਾਂ ਜਦੋਂ ਆਪਾਂ ਫਸਟ ਦੇ ਵਿੱਚ ਕੁਛ ਲਿਖਣ ਦੀ ਕੋਸ਼ਿਸ਼ ਕਰਾਂਗੇ ਤਾਂ ਆਪਾਂ ਕੀ ਪ੍ਰੈਸ ਕਰਾਂਗੇ ਤਾਂ ਕੀ ਡਾਊਨ ਫੰਕਸ਼ਨ ਜਿਹੜਾ ਆਪਣਾ ਪਰਫੋਰਮ ਹੋਊਗਾ ਤਾਂ ਉੱਥੇ ਲਿਖਿਆ ਹੋਊਗਾ ਕੀ ਪ੍ਰੈਸ। ਜਦੋਂ ਆਪਾਂ ਕੀ ਪ੍ਰੈਸ ਕਰਕੇ ਛੱਡੀ ਤਾਂ ਕੀ ਅਪ ਫੰਕਸ਼ਨ ਹੈ ਜਿਹੜਾ ਉਹ ਆਪਣਾ ਪਰਫੋਰਮ ਹੋਊਗਾ ਈਵੈਂਟ, ਤਾਂ ਕੀ ਰਿਲੀਜ਼ਡ ਆਊਗਾ। ਅਤੇ ਜਦੋਂ ਆਪਾਂ ਕੀ ਨੱਪ ਕੇ ਰੱਖੀ ਹੋਈ ਸੀ, ਹਲੇ ਕੀ ਪ੍ਰੈਸ ਕਰਕੇ ਰੱਖੀ ਹੋਈ ਸੀ, ਕੀ ਪ੍ਰੈਸਡ ਫੰਕਸ਼ਨ ਹੈ ਜਿਹੜਾ ਈਵੈਂਟ ਹੈ ਉਹ ਆਪਣਾ ਹੁੰਦਾ ਪਰਫੋਰਮ। ਅੱਗੇ ਆਇਆ ਔਨ ਸਬਮਿਟ, ਕਹਿੰਦੇ ਜਦੋਂ ਆਪਾਂ ਕੋਈ ਵੀ ਫੰਕਸ਼ਨ ਡਾਟਾ ਸਬਮਿਟ ਕਰਾਉਂਦੇ ਹਾਂ ਉਦੋਂ ਜਿਹੜਾ ਆਪਣਾ ਡਾਟਾ ਉਦੋਂ ਜਿਹੜਾ ਈਵੈਂਟ ਆਪਣਾ ਪਰਫੋਰਮ ਹੁੰਦਾ। ਇੱਕ ਵੇਰੀਏਬਲ ਲਿਆ ਐਕਸ, ਉਹਦੇ ਵਿੱਚ ਲਿਆ ਡਾਕੂਮੈਂਟ ਡੋਟ ਮਾਈ ਫੋਮ, ਮਾਈ ਐਫ ਨੇਮ ਅਤੇ ਉਹਦੀ ਵੈਲਿਊ। ਤਾਂ ਆਪਾਂ ਜਿਹੜਾ ਫੋਮ ਦੇ ਵਿੱਚ ਕੋਈ ਫੋਮ ਹੈ ਉਹਦਾ ਨਾਮ ਹੈ ਐਫ ਫੋਮ, ਉਹਦੇ ਵਿੱਚ ਕੋਈ ਫੀਲਡ ਹੈ ਐਫ ਨੇਮ ਅਤੇ ਉਹਦੀ ਵੈਲਿਊ ਹੈਗੀ ਹੈ ਜਿਹੜੀ ਉਹਦੀ ਵੈਲਿਊ ਐਕਸੈਸ ਕੀਤੀ। ਜੇਕਰ ਉਹਦੀ ਵੈਲਿਊ ਨਲ ਹੈ ਜਾਂ ਖਾਲੀ ਹੈ ਤਾਂ ਉੱਥੇ ਲਿਖਿਆ ਆ ਜੇ ਫਸਟ ਨੇਮ ਮਸਟ ਵੀ ਫਿਲਡ ਆਊਟ ਐਲਸ ਹੈਲੋ, ਤਾਂ ਜਿਹੜਾ ਇਨਸਾਨ ਨੇ ਆਪਾਂ ਨੇਮ ਕੀਤਾ। ਇਹਨਾਂ ਨੇ ਇੱਥੇ ਫਸਟ ਨੇਮ ਇੱਕ ਲੇਬਲ ਲਿਆ, ਤਾਂ ਪਹਿਲਾਂ ਇਹਨਾਂ ਨੇ ਫੋਮ ਲਿਆ, ਫੋਮ ਦੇ ਵਿੱਚ ਫੋਮ ਦਾ ਨੇਮ ਕੀ ਹੈ ਮਾਈ ਫੋਮ, ਤਾਂ ਕਰਕੇ ਆਪਾਂ ਉੱਪਰ ਮਾਈ ਫੋਮ ਲਿਆ। ਔਨ ਸਬਮਿਟ 'ਤੇ ਆਪਾਂ ਲਗਾਇਆ ਵੈਲੀਡੇਟ ਫੋਮ, ਫੰਕਸ਼ਨ ਨੂੰ ਕੀਤਾ ਕਾਲ ਵੈਲੀਡੇਟ ਫੋਮ ਅਤੇ ਮੈਥਡ ਕੀ ਹੈ ਪੋਸਟ। ਤਾਂ ਫਸਟ ਨੇਮ ਕਰਵਾਇਆ, ਫਸਟ ਨੇਮ ਦੇ ਵਿੱਚ ਇਨਪੁੱਟ ਟਾਈਪ ਲਈ ਟੈਕਸਟ ਅਤੇ ਉਹਦਾ ਨੇਮ ਕੀ ਹੈ ਟੈਕਸਟ ਬਾਕਸ ਦਾ ਐਫ ਨੇਮ। ਤਾਂ ਹੀ ਇਹਨਾਂ ਨੇ ਕਿਹਾ ਸੀ ਫੋਮ ਹੈ ਜਿਹੜਾ ਮਾਈ ਫੋਮ ਡੋਟ ਐਫ ਨੇਮ ਦੀ ਵੈਲਿਊ ਜਦੋਂ ਉਹਨੇ ਐਕਸੈਸ ਕੀਤੀ, ਜੇਕਰ ਐਫ ਨੇਮ ਦੀ ਵੈਲਿਊ ਖਾਲੀ ਹੋਊਗੀ ਸਬਮਿਟ 'ਤੇ ਕਲਿੱਕ ਕਰਨ ਵੇਲੇ ਤਾਂ ਹੀ ਆਪਾਂ ਨੂੰ ਕਹੂਗਾ ਪਹਿਲਾਂ ਸਬਮਿਟ ਫਾਈਲ ਨੇਮ ਆਪਣਾ ਫਿਲ ਕਰੋ। ਜੇਕਰ ਆਪਣਾ ਨੇਮ ਫਿਲ ਹੋਊਗਾ ਤਾਂ ਉਹ ਹੈਲੋ ਜੋ ਵੀ ਆਪਣਾ ਨੇਮ ਹੈ ਉਹ ਆਪਾਂ ਨੂੰ ਸ਼ੋ ਕਰਵਾ ਦੂਗਾ। ਨੈਕਸਟ ਹੈ ਔਨ ਮਾਊਸ ਮੂਵ, ਔਨ ਮਾਊਸ ਮੂਵ ਐਂਡ ਔਨ ਮਾਊਸ ਅਪ। ਜੇਕਰ ਮਾਊਸ ਆਪਾਂ ਇੱਧਰ ਉੱਧਰ ਵੀ ਹਿਲਾਉਂਦੇ ਹਾਂ, ਥੋੜ੍ਹਾ ਬਹੁਤ ਵੀ ਮੂਵ ਕਰਦੇ ਹਾਂ ਤਾਂ ਈਵੈਂਟ ਪਰ ਹੁੰਦਾ, ਜਾਂ ਮਾਊਸ ਆਪਾਂ ਉੱਪਰ ਜਾਂ ਨੀਚੇ ਲੈ ਕੇ ਜਾਂਦੇ ਹਾਂ ਤਾਂ ਈਵੈਂਟ ਹੈ ਜਿਹੜੇ ਪਰਫੋਰਮ ਹੁੰਦੇ ਆ। ਉਸੇ ਤਰ੍ਹਾਂ ਫੰਕਸ਼ਨ ਬਣਾਇਆ ਮਾਊਸ ਅਪ,
ਤਾਂ ਅਲਰਟ ਕਰਵਾਤਾ, ਮਾਊਸ ਬਟਨ ਇਜ਼ ਰਿਲੀਜ਼ਡ ਔਨ ਦਾ ਟ੍ਰਿਗਰਡ, ਮਾਊਸ ਮੂਵ ਹੈ, ਦਾ ਮਾਊਸ ਮੂਵਜ਼ ਓਵਰ ਦਾ ਇਮੇਜ ਦੇ ਉੱਪਰ ਮਾਊਸ ਹੋ ਰਿਹਾ। ਦੋ ਇਮੇਜਸ ਲਈਆਂ, ਦੋ ਇਮੇਜ ਟੈਗ ਲਏ, ਦੋਨਾਂ ਵਿੱਚ ਇਮੇਜ ਕੀਤੀ ਔਨ ਮਾਊਸ ਅਪ ਦੇ ਵਿੱਚ ਕਾਲ ਕੀਤਾ। ਜਦੋਂ ਇਮੇਜ 'ਤੇ ਗਿਆ ਤਾਂ ਆਪਾਂ ਨੂੰ ਉੱਪਰਲਾ ਅਲਰਟ ਬਾਕਸ ਸ਼ੋ ਹੋਇਆ, ਆਪਾਂ ਓਕੇ 'ਤੇ ਕਲਿੱਕ ਕਰਤਾ। ਜਦੋਂ ਮਾਊਸ ਮੂਵ ਹੋਇਆ ਨੀਚੇ ਵਾਲੇ 'ਤੇ ਤਾਂ ਨੀਚੇ ਵਾਲਾ ਆਪਾਂ ਨੂੰ ਟੈਕਸਟ ਬਾਕਸ ਹੈ ਜਿਹੜਾ ਸ਼ੋ ਹੋਇਆ। ਔਨ ਮਾਊਸ ਓਵਰ ਐਂਡ ਮਾਊਸ ਆਊਟ, ਕੋਈ ਮੰਨ ਲਓ ਇਮੇਜ ਜਾਂ ਕੋਈ ਏਰੀਆ, ਜਦੋਂ ਉਹਦੇ ਵਿੱਚ ਮਾਊਸ ਲੈ ਕੇ ਜਾਵਾਂਗੇ, ਮਤਲਬ ਇਮੇਜ ਓਵਰ, ਮੰਨ ਲਓ ਇੱਕ ਇਮੇਜ ਲਈਏ, ਇਮੇਜ ਦੇ ਉੱਪਰ ਮਾਊਸ ਲੈ ਕੇ ਗਏ, ਮਾਊਸ ਓਵਰ, ਤਾਂ ਇਹ ਵਾਲਾ ਈਵੈਂਟ ਪਰਫੋਰਮ ਹੋਵੇਗਾ ਉੱਪਰ ਵਾਲਾ। ਜਦੋਂ ਇਮੇਜ ਤੋਂ ਸਾਈਡ ਤੋਂ ਲੈ ਕੇ ਤਾਂ ਨੀਚੇ ਵਾਲਾ ਜਿਹੜਾ ਫੰਕਸ਼ਨ ਹੈ ਉਹ ਪਰਫੋਰਮ ਹੋਵੇਗਾ। ਇਹਨਾਂ ਨੇ ਜਦੋਂ ਹੈਲੋ ਇੱਕ ਬਟਨ ਲਿਆ, ਹੈਲੋ ਦੇ ਉੱਪਰ ਆਪਾਂ ਮਾਊਸ ਲੈ ਕੇ ਜਾਵਾਂਗੇ ਤਾਂ ਆਪਾਂ ਨੂੰ ਸ਼ੋ ਹੋਊਗਾ ਮਾਊਸ ਓਵਰ। ਜਦੋਂ ਹੈਲੋ ਤੋਂ ਸਾਈਡ ਤੋਂ ਲੈ ਕੇ ਆਵਾਂਗੇ ਤਾਂ ਮਾਊਸ ਆਊਟ ਵਾਲਾ ਫੰਕਸ਼ਨ ਪਰਫੋਰਮ ਹੋਵੇਗਾ। ਔਨ ਮੂਵ ਐਂਡ ਔਨ ਰੀਸਾਈਜ਼, ਔਨ ਮੂਵ ਐਂਡ ਔਨ ਰੀਸਾਈਜ਼, ਇਹਦੇ ਵਿੱਚ ਕੀ ਹੋਊਗਾ, ਆਪਾਂ ਇਹ ਦੋ ਫੰਕਸ਼ਨ ਲਏ ਹੈ, ਫਨ ਸਾਈਜ਼ ਅਤੇ ਫਨ ਮੂਵ, ਵਿੰਡੋ ਰਿਲੀਜ਼ਡ ਐਂਡ ਵਿੰਡੋ ਮੂਵਡ। ਇੱਕ ਹੈਲੋ ਸਟੂਡੈਂਟ ਉਹਨਾਂ ਨੇ ਆਪਾਂ ਨੂੰ ਮਤਲਬ ਬਾਰਡਰ ਬੋਡੀ ਦੇ ਵਿੱਚ ਸ਼ੋ ਕਰਵਾਇਆ। ਨੈਕਸਟ ਬੋਡੀ ਦੇ ਵਿੱਚ ਕੀ ਹੈ, ਔਨ ਰੀਸਾਈਜ਼ ਫੰਕਸ਼ਨ ਨੂੰ ਕਾਲ ਕੀਤਾ। ਔਨ ਮੂਵ, ਜਦੋਂ ਆਪਾਂ ਫੰਕਸ਼ਨ ਨੂੰ ਮੂਵ ਕੀਤਾ ਨਾਲ ਦੀ ਨਾਲ ਉਹਨਾਂ ਨੇ ਉੱਪਰਲਾ ਫਸਟ ਈਵੈਂਟ ਪਰਫੋਰਮ ਕੀਤਾ, ਵਿੰਡੋ ਰੀਸਾਈਜ਼ਡ। ਜਦੋਂ ਆਪਾਂ ਫੰਕਸ਼ਨ ਫਿਰ ਦੁਬਾਰਾ ਸੈਕਿੰਡ ਟਾਈਮ ਮਾਊਸ ਮੂਵ ਕੀਤਾ ਤਾਂ ਨੈਕਸਟ ਵਾਲਾ ਜਿਹੜਾ ਹੋਊਗਾ। ਔਨ ਸਿਲੈਕਟ ਐਂਡ ਔਨ ਰੀਸੈਟ, ਜੇਕਰ ਆਪਣੇ ਤੋਂ ਸਾਈਡ ਤੋਂ ਗਲਤੀ ਨਾਲ ਕੁਛ ਕੁ ਸਿਲੈਕਟ ਪੋਰਸ਼ਨ ਹੋ ਗਿਆ, ਸਾਈਡ 'ਤੇ ਕਲਿੱਕ ਹੋ ਗਿਆ, ਸਿਲੈਕਟ ਹੋ ਗਿਆ ਪੋਰਸ਼ਨ, ਤਾਂ ਡਿਫੋਲਟ ਹੈਵ ਬੀਨ ਰਿਸਟੋਰਡ। ਇਹਨਾਂ ਦੋ ਲਈ ਇਨਪੁੱਟ ਟਾਈਪ ਦੇ ਵਿੱਚ ਦੋ ਇੱਕ ਟੈਕਸਟ ਬਾਕਸ ਲਿਆ, ਉਹਦਾ ਨੇਮ ਹੈ ਅਤੇ ਉਹਦੀ ਵੈਲਿਊ ਕੀ ਹੈ, ਇੰਡੀਆ। ਨੈਕਸਟ ਔਨ ਸਿਲੈਕਟ 'ਤੇ ਫਨ ਸਿਲੈਕਟ ਲਗਾਤਾ, ਅਤੇ ਫਿਰ ਦੂਸਰਾ ਹੈਗਾ ਰੀਸੈਟ, ਇੱਕ ਬਟਨ ਲਿਆ। ਰੀਸੈਟ ਦੀ ਵੈਲਿਊ ਹੈ ਜਿਹੜੀ ਕਲੀਅਰ ਹੈ, ਕਿ ਉੱਪਰ ਇੱਕ ਟੈਕਸਟ ਬਾਕਸ ਲਿਆ, ਜੇਕਰ ਉਹਦੀ ਵੈਲਿਊ 'ਤੇ ਆਪਾਂ ਉਹਦੇ ਵਿੱਚ ਕਲਿੱਕ ਕਰਦੇ ਹਾਂ ਤਾਂ ਆਪਾਂ ਨੂੰ ਉੱਪਰਲਾ ਸ਼ੋ ਹੁੰਦਾ। ਜੇ ਆਪਾਂ ਉਹਦੀ ਵੈਲਿਊ ਡਿਲੀਟ ਕਰਨੀ ਹੈ, ਰੀਸੈਟ 'ਤੇ ਕਲਿੱਕ ਕਰਦੇ ਹਾਂ ਤਾਂ ਫਿਰ ਜਿਹੜਾ ਆਪਾਂ ਨਾ ਨੀਚੇ ਵਾਲਾ ਐਕਸ਼ਨ ਪਰਫੋਰਮ ਹੁੰਦਾ। ਤਾਂ ਆਪਣੇ ਈਵੈਂਟਸ ਵੀ ਅੱਜ ਸਾਰੇ ਹੋ ਗਏ। ਕੱਲ੍ਹ ਆਪਾਂ ਸਟਾਰਟ ਕਰਾਂਗੇ ਜੀ JQuery।